Hello students, today we are going to take up letter writing. ਸਭ ਤੋਂ ਪਹਿਲਾਂ ਗੱਲ ਕਰਾਂਗੇ ਫਾਰਮਲ ਲੈਟਰ ਦੇ ਫਾਰਮੈਟ ਦੀ ਤੇ ਫਿਰ ਕੁਝ ਐਗਜ਼ਾਮਪਲਸ ਦੇ ਐਡਰੈਸ ਲਿਖਣ ਦੀ ਪ੍ਰੈਕਟਿਸ ਤੇ ਸਭ ਤੋਂ ਅਖੀਰ ਦੇ ਵਿੱਚ ਨਿਊਜ਼ਪੇਪਰ ਦੇ ਐਡੀਟਰ ਨੂੰ ਲਿਖਣ ਵਾਲੀ ਲੈਟਰ ਦੇ ਵਿੱਚ ਕੁਝ ਲਾਈਨਾਂ ਜਿਹੜੀਆਂ ਤੁਸੀਂ ਹਰ ਇੱਕ ਲੈਟਰ ਵਿੱਚ ਯੂਜ਼ ਕਰ ਸਕਦੇ ਹੋ, ਚਾਹੇ ਕੋਈ ਵੀ ਕਿਸੇ ਵੀ ਟੌਪਿਕ ਤੇ ਆਵੇ ਉਸ ਦੇ ਬਾਰੇ ਦੱਸਿਆ ਜਾਏਗਾ। ਚਲੋ ਸਟਾਰਟ ਕਰਦੇ ਹਾਂ। ਮੇਨਲੀ ਲੈਟਰ ਰਾਈਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਨੂੰ ਫਾਰਮਲ ਲੈਟਰ ਤੇ ਦੂਸਰੇ ਨੂੰ ਇਨਫਾਰਮਲ ਲੈਟਰ ਕਿਹਾ ਜਾਂਦਾ ਹੈ। ਅੱਜ ਦਾ ਸਾਡੇ ਇਸ ਲੈਕਚਰ ਦਾ ਮੇਨ ਫੋਕਸ ਫਾਰਮਲ ਲੈਟਰ ਤੇ ਰਹੇਗਾ। ਫਾਰਮਲ ਤੇ ਇਨਫਾਰਮਲ ਲੈਟਰ ਦੇ ਵਿੱਚ ਕਨਫਿਊਜ਼ ਹੋਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਫਾਰਮਲ ਲੈਟਰ ਉਹ ਲੈਟਰ ਹੁੰਦੇ हैं ਜਿਹੜੇ ਅਸੀਂ ਆਫਿਸਰਸ ਵਗੈਰਾ ਨੂੰ ਲਿਖਦੇ ਹਾਂ। ਅਸੀਂ ਇਸ ਨੂੰ ऑफिशियल ਲੈਟਰਸ ਵੀ ਕਹਿ ਸਕਦੇ ਹਾਂ। ਹੁਣ ਇਹ ਦੇਖੋ ਵੀ ਲੈਟਰ ਤਕਰੀਬਨ ਹਰ ਇੱਕ ਕਲਾਸ ਦੇ ਵਿੱਚ ਸਟੂਡੈਂਟਸ ਨੂੰ ਲਿਖਣ ਲਈ ਕਹੀ ਜਾਂਦੀ ਹੈ, ਚਾਹੇ ਉਹ 10th ਕਲਾਸ ਹੈ, ਚਾਹੇ +2 ਹੈ, ਚਾਹੇ ਉਹ ਗ੍ਰੈਜੂਏਸ਼ਨ ਲੈਵਲ ਹੈ। ਤੇ ਅਕਸਰ ਹੀ ਸਟੂਡੈਂਟਸ ਲੈਟਰ ਰਾਈਟਿੰਗ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ। ਇੱਕ ਦੋ ਵਾਰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੈਟਰ ਜਾ ਕੇ ਆਰਾਮ ਦੇ ਨਾਲ ਲਿਖਿਆ ਜਾ ਸਕਦਾ ਹੈ। ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੈਟਰ ਰਾਈਟਿੰਗ ਕੋਈ ਔਖੀ ਨਹੀਂ ਹੈ, ਪਰ ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠ ਕੇ ਪੇਪਰ ਲਿਖ ਰਹੇ ਹੁੰਦੇ ਆ ਤਾਂ ਲੈਟਰ ਰਾਈਟਿੰਗ ਕਰਨ ਵੇਲੇ ਕਨਫਿਊਜ਼ਨ ਹੋ ਜਾਂਦੀ ਹੈ। ਕਨਫਿਊਜ਼ਨ ਹੁੰਦੀ ਹੈ ਫਾਰਮੈਟ ਨੂੰ ਲੈ ਕੇ, ਸਟਾਰਟ ਕਿਵੇਂ ਕਰਨਾ ਹੈ, ਉੱਪਰ ਕਿਹੜਾ ਐਡਰੈਸ ਆਊਗਾ, ਫਿਰ ਕੀ ਲਿਖਣਾ ਹੈ, ਲੈਟਰ ਕਿਸ ਨੂੰ ਲਿਖਣੀ ਹੈ। ਬਹੁਤ ਸਾਰੀਆਂ ਕਨਫਿਊਜ਼ਨਸ ਆ ਕੇ ਉੱਥੇ ਘੇਰ ਲੈਂਦੀਆਂ। ਤਾਂ ਹੁਣ ਇਹਨਾਂ ਕਨਫਿਊਜ਼ਨਸ ਨੂੰ ਹੀ ਦੂਰ ਕਰਨ ਦਾ ਸਮਾਂ। ਅੱਜ ਅਸੀਂ ਫਾਰਮਲ ਲੈਟਰ ਦੀ ਗੱਲ ਕਰਨੀ ਹੈ ਤੇ ਜੇਕਰ ਤੁਸੀਂ ਇਸ ਲੈਕਚਰ ਨੂੰ ਧਿਆਨ ਦੇ ਨਾਲ ਸੁਣ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਫਾਰਮੈਟ ਨੂੰ ਲੈ ਕੇ ਕਦੇ ਵੀ ਕੋਈ ਕਨਫਿਊਜ਼ਨ ਨਹੀਂ ਹੋਏਗੀ। ਹੁਣ ਤੁਹਾਡੇ ਸਾਹਮਣੇ ਇੱਕ ਲੈਟਰ ਹੈ। ਸਪੋਜ਼ ਯੂ ਆਰ ਬਲਵਿੰਦਰ, ਯੂ ਲਿਵ ਐਟ ਹਾਊਸ ਨੰਬਰ 34 ਮੋਤੀਆ ਅਪਾਰਟਮੈਂਟ, ਖੰਨਾ। ਰਾਈਟ ਏ ਲੈਟਰ ਟੂ ਦ ਐਡੀਟਰ ਆਫ ਏ ਨਿਊਜ਼ਪੇਪਰ ਕੰਪਲੇਨਿੰਗ ਅਗੇਂਸਟ ਦ ਯੂਜ਼ ਆਫ ਲਾਊਡ ਸਪੀਕਰ ਇਨ ਯੂਰ ਟਾਊਨ। ਸੋ ਇਹ ਇੱਕ ਲੈਟਰ ਲਿਖਣ ਲਈ ਤੁਹਾਨੂੰ ਕਿਹਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਾਮ ਦਿੱਤਾ ਗਿਆ ਹੈ, ਵੀ ਮੰਨ ਲਓ ਕਿ ਤੁਹਾਡਾ ਨਾਮ ਬਲਵਿੰਦਰ ਹੈ। ਫਿਰ ਉਸ ਤੋਂ ਬਾਅਦ ਐਡਰੈਸ ਦਿੱਤਾ ਗਿਆ ਹੈ ਜਿੱਥੇ ਤੁਸੀਂ ਰਹਿੰਦੇ ਹੋ, ਹਾਊਸ ਨੰਬਰ 34 ਮੋਤੀਆ ਅਪਾਰਟਮੈਂਟ, ਖੰਨਾ। ਤੁਹਾਡਾ ਨਾਮ ਤੇ ਐਡਰੈਸ ਦੇਣ ਤੋਂ ਬਾਅਦ ਤੁਹਾਨੂੰ ਕਿਹਾ ਗਿਆ ਹੈ ਵੀ ਇੱਕ ਲੈਟਰ ਲਿਖੋ ਐਡੀਟਰ ਆਫ ਏ ਨਿਊਜ਼ਪੇਪਰ। ਨਿਊਜ਼ਪੇਪਰ ਦੇ ਐਡੀਟਰ ਤੋਂ ਭਾਵ ਸੰਪਾਦਕ ਤੋਂ। ਸੰਪਾਦਕ ਕਿਸੇ ਵੀ ਨਿਊਜ਼ਪੇਪਰ ਦਾ ਹੈੱਡ ਹੁੰਦਾ ਹੈ, ਮੇਨ ਪਰਸਨ ਹੁੰਦਾ ਹੈ। ਹੁਣ ਉਸ ਤੋਂ ਅੱਗੇ ਦੱਸਿਆ ਗਿਆ ਹੈ ਸਬਜੈਕਟ। ਹੁਣ ਜਦੋਂ ਅਸੀਂ ਲੈਟਰ ਲਿਖਣਾ ਹੈ ਤਾਂ ਇੱਕ ਫਾਰਮੈਟ ਨੂੰ ਫੋਲੋ ਕਰਾਂਗੇ। ਅਸੀਂ ਸਾਰਾ ਹੀ ਲੈਟਰ ਖੱਬੀ ਸਾਈਡ ਤੇ ਰੱਖਣਾ ਹੈ। ਜਦੋਂ ਵੀ ਨਵੀਂ ਲਾਈਨ ਲਿਖਣੀ ਸਟਾਰਟ ਕਰਨੀ ਹੈ ਤਾਂ ਖੱਬੇ ਸਾਈਡ ਆਏਗੀ, ਲੈਫਟ ਹੈਂਡ ਸਾਈਡ। ਤੇ ਹੋਰ ਮੇਨ ਚੀਜ਼, ਕਿਸੇ ਵੀ ਲਾਈਨ ਤੋਂ ਬਾਅਦ ਕੋਈ ਫੁੱਲ ਸਟਾਪ ਜਾਂ ਕੌਮਾ ਵਗੈਰਾ ਨਹੀਂ ਆਏਗਾ। ਫੁੱਲ ਸਟਾਪ ਸਿਰਫ ਲੈਟਰ ਦੀ ਬਾਡੀ ਦੇ ਵਿੱਚ ਹੀ ਯੂਜ਼ ਕਰਨੇ ਨੇ। ਇਸ ਤੋਂ ਇਲਾਵਾ ਅਸੀਂ ਹੋਰ ਕਿਤੇ ਵੀ ਫੁੱਲ ਸਟਾਪ, ਕੌਮਾਸ ਵਗੈਰਾ ਯੂਜ਼ ਨਹੀਂ ਕਰਨੇ। ਉਸ ਫਾਰਮੈਟ ਨੂੰ ਯਾਦ ਰੱਖਣ ਦੇ ਲਈ ਇੱਕ ਬਹੁਤ ਹੀ ਸ਼ਾਨਦਾਰ ਤੇ ਸਿੰਪਲ ਟ੍ਰਿਕ ਵੀ ਹੈ। ਉਹ ਟ੍ਰਿਕ ਹੈ 21 ਮੋਪਸ। ਹੁਣ ਇਸ ਟ੍ਰਿਕ ਨੂੰ ਅਪਲਾਈ ਕਿਵੇਂ ਕਰਨਾ ਹੈ ਉਹਦੀ ਗੱਲ ਕਰ ਲੈਂਦੇ ਹਾਂ। 21 ਦੇ ਵਿੱਚੋਂ ਯਾਦ ਰੱਖਣਾ ਹੈ ਕਿ 2 ਜਿਹੜਾ ਹੈ ਉਹ ਹੈ 2 ਲਾਈਨਸ ਆਫ ਐਡਰੈਸ। ਯੈਸ, ਜਿਹੜਾ ਸਭ ਤੋਂ ਉੱਪਰ ਐਡਰੈਸ ਦਿੱਤਾ ਹੋਇਆ ਉਹ ਲਿਖਣਾ ਹੈ 2 ਲਾਈਨਸ ਦੇ ਵਿੱਚ। ਤੇ ਕਈ ਵਾਰੀ ਐਡਰੈਸ ਥੋੜਾ ਜ਼ਿਆਦਾ ਲੰਬਾ ਵੀ ਹੋ ਸਕਦਾ ਹੈ, ਉਸ ਨੂੰ ਅਸੀਂ 3 ਲਾਈਨਾਂ ਵਿੱਚ ਲਿਖ ਦੇਵਾਂਗੇ। ਵੈਸੇ ਤਾਂ 99% 2 ਲਾਈਨਾਂ ਦਾ ਐਡਰੈਸ ਹੁੰਦਾ ਹੈ। ਤੇ ਹੁਣ 2 ਤੋਂ ਬਾਅਦ 1 ਹੈ 1 ਲਾਈਨ ਫॉर ਡੇਟ। ਫਿਰ ਡੇਟ ਲਿਖਣੀ ਹੈ। ਇਹ ਤਾਂ ਹੋ ਗਿਆ 21। ਤਾਂ ਇਸ ਦੇ ਵਿੱਚ ਅਸੀਂ ਕਿਵੇਂ ਸ਼ੁਰੂਆਤ ਕਰਾਂਗੇ, ਹਾਊਸ ਨੰਬਰ 34 ਜਿਹੜਾ ਹੈਸ਼ਟੈਗ ਜਿਵੇਂ ਲਿਖਿਆ ਹੋਇਆ ਇਸ ਨੂੰ ਨੰਬਰ ਦੇ ਲਈ ਯੂਜ਼ ਕੀਤਾ ਜਾ ਸਕਦਾ। ਸੋ ਫਸਟ ਲਾਈਨ ਵਿੱਚ ਹੋ ਗਿਆ ਹਾਊਸ ਨੰਬਰ 34 ਮੋਤੀਆ ਅਪਾਰਟਮੈਂਟ, ਤੇ ਦੂਸਰੀ ਲਾਈਨ ਉਹ ਸ਼ਹਿਰ ਜਿਸ ਦਾ ਸਾਨੂੰ ਨਾਮ ਦਿੱਤਾ ਗਿਆ ਹੋਇਆ ਖੰਨਾ। ਤਾਂ ਹੁਣ ਇਹ ਐਡਰੈਸ ਹੋ ਗਿਆ। ਇਸ ਤੋਂ ਬਾਅਦ ਅਸੀਂ ਇੱਕ ਲਾਈਨ ਛੱਡਣੀ ਹੈ। 2 ਹੋ ਗਿਆ ਖਤਮ। 1 ਇਹ ਹੈ ਡੇਟ ਦੇ ਲਈ। ਡੇਟ ਕਿਹੜੀ ਲਿਖਣੀ ਹੈ? ਯੈਸ, ਉਸੇ ਦਿਨ ਦੀ ਡੇਟ ਲਿਖਾਂਗੇ ਜਿਸ ਦਿਨ ਸਾਡਾ ਐਗਜ਼ਾਮ ਹੋ ਰਿਹਾ, ਜਿਸ ਦਿਨ ਅਸੀਂ ਲਿਖ ਰਹੇ ਹੈਗੇ ਆ। ਤੇ ਡੇਟ ਲਿਖਣੀ ਜਿਵੇਂ ਕਿ ਮੰਨ ਲਓ 8 ਮਾਰਚ ਲਿਖਣਾ ਹੋਵੇ, ਪਿੱਛੇ ਸਾਲ ਲਿਖਣਾ ਹੋਵੇ, ਤਾਂ ਜ਼ਿਆਦਾਤਰ ਸਟੂਡੈਂਟ ਕੀ ਕਰਦੇ ਆ, 8 ਲਿਖਤਾ, ਫਿਰ ਕੌਮਾ, 3 ਲਿਖਤਾ ਮਾਰਚ ਦੇ ਲਈ, ਕੌਮਾ, ਫਿਰ ਪਿੱਛੇ ਸਾਲ ਲਿਖ ਦਿੰਦੇ ਆ ਜਿੰਨਾ ਵੀ ਹੈ 20 ਤੋਂ ਬਾਅਦ। ਇਹ ਤਰੀਕਾ ਗਲਤ ਹੈ। ਅਸੀਂ ਇਸ ਚੀਜ਼ ਨੂੰ ਵੀ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ ਹੈ ਕਿ ਡੇਟ ਲਿਖਣ ਦਾ ਵੀ ਇੱਕ ਫਾਰਮੈਟ ਫੋਲੋ ਕਰਨਾ ਹੈ, ਜਿਵੇਂ ਕਿ 8 ਮਾਰਚ ਫਿਰ ਕੋਮਾ ਪਾ ਕੇ 20,000 ਜਿੰਨਾ ਵੀ ਸਾਲ ਹੈ। ਸੋ ਇਹ ਤਾਂ ਹੋ ਗਿਆ 21। ਹੁਣ ਅੱਗੇ ਕੀ ਸੀ? ਮੋਪਸ, MOPS। ਹੁਣ ਇਸ ਨੂੰ ਸਮਝਦੇ ਹਾਂ। ਇੱਥੇ ਹੁਣ ਅਸੀਂ ਸਟਾਰਟ ਕਰਾਂਗੇ ਲੈਟਰ ਕਿਸ ਨੂੰ ਲਿਖਣ ਨੂੰ ਕਿਹਾ ਗਿਆ ਸਾਨੂੰ। M
for main person, O for office, P for place and S for subject। ਤੇ ਸਾਡੀ ਇਸ ਲੈਟਰ ਦੇ ਵਿੱਚ ਮੇਨ ਪਰਸਨ ਕੌਣ ਹੈ? the editor। ਅਗਲੀ ਲਾਈਨ 'ਚ ਲਿਖਾਂਗੇ ਆਫਿਸ, ਉਸਦੇ ਆਫਿਸ ਦਾ ਕੀ ਨਾਮ ਹੈ, ਕਿਸ ਚੀਜ਼ ਦਾ ਮੇਨ ਪਰਸਨ ਹੈ ਉਹ? ਯੈਸ, ਨਿਊਜ਼ਪੇਪਰ ਦਾ ਐਡੀਟਰ ਹੈ। ਤਾਂ ਨਿਊਜ਼ਪੇਪਰ ਦਾ ਜੇਕਰ ਸਾਨੂੰ ਉਰੇ ਨਾਮ ਦਿੱਤਾ ਗਿਆ ਹੋਵੇ ਤਾਂ ਅਸੀਂ ਉਹ ਨਾਮ ਲਿਖਾਂਗੇ, ਜੇ ਨਹੀਂ ਦਿੱਤਾ ਹੋਇਆ ਤਾਂ ਅਸੀਂ ਕਿਸੇ ਵੀ ਇੰਗਲਿਸ਼ ਨਿਊਜ਼ਪੇਪਰ ਦਾ ਨਾਮ ਦਵਾਂਗੇ। ਅਸੀਂ ਇੱਥੇ ਕਿਸੇ ਪੰਜਾਬੀ ਜਾਂ ਹਿੰਦੀ ਜਾਂ ਕਿਸੇ ਹੋਰ ਲੈਂਗੁਏਜ ਦੇ ਨਿਊਜ਼ਪੇਪਰ ਦਾ ਨਾਮ ਨਹੀਂ ਲਿਖਣਾ। ਕਿਤੇ ਹੋਰ ਪੰਜਾਬ ਕੇਸਰੀ, ਅਜੀਤ, ਜਗਬਾਣੀ, ਅਮਰ ਉਜਾਲਾ ਅਖਬਾਰ ਦਾ ਨਾਮ ਲਿਖਣ ਬੈਠ ਜਾਈਏ, ਇੱਥੇ ਅਸੀਂ ਲਿਖਾਂਗੇ ਇੰਗਲਿਸ਼ ਨਿਊਜ਼ਪੇਪਰ ਦਾ ਨਾਮ। ਦ ਟਾਈਮਜ਼ ਆਫ ਇੰਡੀਆ, ਦ ਟ੍ਰਿਬਿਊਨ, ਦ ਹਿੰਦੁਸਤਾਨ ਟਾਈਮਜ਼, ਅਸੀਂ ਕੋਈ ਵੀ ਇੱਕ ਨਿਊਜ਼ਪੇਪਰ ਦਾ ਨਾਮ ਉਰੇ ਲਿਖਣਾ। ਤਾਂ ਆਪਾਂ ਉਰੇ ਲਿਖਦੇ ਹਾਂ ਦ ਟ੍ਰਿਬਿਊਨ। ਹੁਣ ਅਗਲਾ ਹੈ ਸੀ P for place। place ਮਤਲਬ ਇਹ ਦਫ਼ਤਰ ਕਿੱਥੇ ਹੈ, ਕਿਸ ਜਗ੍ਹਾ ਤੇ ਹੈ, ਉੱਥੇ ਹੀ ਹੋਊਗਾ ਜਿੱਥੋਂ ਅਖਬਾਰ ਛਪਦਾ ਹੈ। ਤਾਂ ਸਾਡਾ ਜਿਹੜਾ ਅਖਬਾਰ ਹੈ ਉਹ ਛਪਦਾ ਹੈ ਚੰਡੀਗੜ੍ਹ ਤੋਂ, ਤਾਂ ਇੱਥੇ ਲਿਖਾਂਗੇ ਚੰਡੀਗੜ੍ਹ। ਹੁਣ ਅੱਗੇ ਇੱਕ ਲਾਈਨ ਛੱਡਣ ਤੋਂ ਬਾਅਦ S for ਸਬਜੈਕਟ। ਇੱਥੇ ਅਸੀਂ ਸਬਜੈਕਟ ਲਿਖਾਂਗੇ। ਸਬਜੈਕਟ ਜ਼ਿਆਦਾ ਬੜਾ ਨਹੀਂ ਲਿਖਣਾ, ਕੋਸ਼ਿਸ਼ ਕਰਨੀ ਹੈ ਕਿ ਘੱਟੋ ਘੱਟ ਵਰਡਸ ਲਿਖੇ ਜਾਣ। 8-10 ਵਰਡਸ ਦੇ ਵਿੱਚ ਉਸ ਨੂੰ ਅਸੀਂ ਨੇ ਲਿਖਣਾ ਹੈ ਤੇ ਉਹ ਤੁਹਾਨੂੰ ਬੜੇ ਆਰਾਮ ਦੇ ਨਾਲ ਤੁਹਾਡੀ ਲੈਟਰ ਵਿੱਚੋਂ ਹੀ ਮਿਲ ਜਾਏਗਾ। ਜਿਵੇਂ ਇੱਥੇ ਅਸੀਂ ਲਿਖਾਂਗੇ ਕੰਪਲੇਨਿੰਗ ਅਗੇਂਸਟ ਦਾ ਯੂਜ਼ ਆਫ ਲਾਊਡ ਸਪੀਕਰ। ਇਹ ਤੁਹਾਡੇ ਸਟੈਪ ਇੱਥੇ ਤੱਕ ਕੰਪਲੀਟ ਹੋ ਗਏ। 21 ਮੌਪਸ। ਇੱਥੇ ਹੁਣ ਮੈਂ CBSE ਵਾਲੇ ਸਟੂਡੈਂਟਸ ਜਿਹੜੇ ਕਿ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕਲੀਅਰ ਕਰ ਦਵਾਂ ਕਿ CBSE ਨੇ ਇਸ ਪੈਟਰਨ ਦੇ ਵਿੱਚ ਥੋੜੀ ਚੇਂਜ ਕੀਤੀ ਹੈ। ਉਹ ਚੇਂਜ ਇਹ ਹੈ ਕਿ ਹੁਣ ਜਿਹੜਾ ਸਬਜੈਕਟ ਹੈ ਉਹ ਸੈਲੂਟੇਸ਼ਨ ਤੋਂ ਬਾਅਦ ਲਿਖਿਆ ਜਾਵੇਗਾ। ਮਤਲਬ ਕਿ ਜਿੱਥੇ ਪਲੇਸ ਹੈ, ਪਲੇਸ ਲਿਖਣ ਤੋਂ ਬਾਅਦ ਫਿਰ ਤੁਸੀਂ ਰਿਸਪੈਕਟਡ ਸਰ ਲਿਖੋਗੇ, ਉਸ ਤੋਂ ਬਾਅਦ ਤੁਸੀਂ ਸਬਜੈਕਟ ਲਿਖੋਗੇ। ਸੋ ਇਹ CBSE ਵੱਲੋਂ ਕੀਤੀ ਗਈ ਚੇਂਜ ਹੈ। ਸੋ ਦ ਸਟੂਡੈਂਟਸ ਆਫ CBSE board kindly make it sure that you will write that you must write the subject before the salutation। ਜਦੋਂ ਇਹ ਫਾਰਮੈਟ ਅਸੀਂ ਲਿਖ ਲਿਆ, ਇਸ ਤੋਂ ਅੱਗੇ ਵਾਲਾ ਬਹੁਤ ਹੀ ਆਸਾਨ ਹੈ। ਹੁਣ ਸਬਜੈਕਟ ਤੋਂ ਬਾਅਦ ਸੈਲੂਟੇਸ਼ਨ ਦਾ ਮਤਲਬ ਅਸੀਂ ਜਿਸ ਨੂੰ ਲੈਟਰ ਲਿਖ ਰਹੇ ਹਾਂ ਮੇਨ ਪਰਸਨ, ਉਸ ਨੂੰ ਵਿਸ਼ ਕਰਨੀ ਹੈ ਰਿਸਪੈਕਟਡ ਸਰ ਜਾਂ ਫਿਰ ਰਿਸਪੈਕਟਡ ਮੈਮ। ਇਸ ਤੋਂ ਅਗਲਾ ਕੰਮ ਹੈ ਹੁਣ ਲੈਟਰ ਲਿਖ। ਇਸ ਨੂੰ ਅਸੀਂ ਬਾਡੀ ਕਹਿੰਦੇ ਆ, ਲੈਟਰ ਦੀ ਬਾਡੀ ਦੇ ਵਿੱਚ ਘੱਟੋ ਘੱਟ 3 ਪੈਰਾਗ੍ਰਾਫਸ ਜ਼ਰੂਰ ਹੋਣੇ ਚਾਹੀਦੇ ਹਨ। ਜਿਵੇਂ ਕਿ ਪਹਿਲਾ ਪੈਰਾਗ੍ਰਾਫ ਹੈ, ਉਸ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦੇ ਸਕਦੇ ਹੋ। ਦੂਸਰੇ ਦੇ ਵਿੱਚ ਉਹ ਸਬਜੈਕਟ ਨੂੰ ਕਵਰ ਕਰ ਸਕਦੇ ਹੋ ਜਿਸ ਦੇ ਬਾਰੇ ਤੁਸੀਂ ਲੈਟਰ ਲਿਖ ਰਹੇ ਹੋ, ਤੇ ਤੀਸਰੇ ਦੇ ਵਿੱਚ ਜਾ ਕੇ ਤੁਸੀਂ ਫਿਰ ਦੁਬਾਰਾ ਤੋਂ ਇੱਕ ਵਾਰੀ ਰਿਮਾਈਂਡਰ ਲਗਾ ਸਕਦੇ ਹੋ ਵੀ ਕਿਉਂ ਇਹ ਲੈਟਰ ਲਿਖ ਰਹੇ ਹਾਂ। ਜਦੋਂ ਹੁਣ ਤੁਸੀਂ ਬਾਡੀ ਕੰਪਲੀਟ ਕਰ ਲਈ, ਫਿਰ ਉਸ ਤੋਂ ਅਗਲਾ ਕੰਮ ਕੀ ਕਰੋਗੇ? ਉਸ ਤੋਂ ਅਗਲਾ ਕੰਮ ਤੁਸੀਂ ਕਰੋਗੇ ਧੰਨਵਾਦ ਕਰ, ਥੈਂਕਿੰਗ ਯੂ। ਤੇ ਹੁਣ ਲੈਟਰ ਨੂੰ ਕਲੋਜ਼ ਕਰਨ ਦਾ ਟਾਈਮ ਆ ਗਿਆ। ਫਾਰਮਲ ਲੈਟਰਸ ਦੇ ਵਿੱਚ ਅਸੀਂ ਯੂਜ਼ ਕਰਾਂਗੇ ਸਿੰਸੀਅਰਲੀ, ਫੇਥਫੁਲੀ, ਟਰੂਲੀ। ਇਹਨਾਂ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਇੱਥੇ ਮੈਂ ਕਰ ਰਿਹਾ ਯੂਅਰਸ ਫੇਥਫੁਲੀ, ਤੇ ਲਾਸਟ ਵਿੱਚ ਆਪਣਾ ਨਾਮ ਜਿਹੜਾ ਤੁਹਾਨੂੰ ਉੱਪਰ ਸਭ ਤੋਂ ਟੌਪ ਤੇ ਦਿੱਤਾ ਗਿਆ ਹੈ ਉਹ ਲਿਖ ਦੇਣਾ। ਇੱਥੇ ਤੁਸੀਂ ਆਪਣਾ ਖੁਦ ਦਾ ਨਾਮ ਨਹੀਂ ਲਿਖਣਾ, ਜੋ ਤੁਹਾਨੂੰ ਦਿੱਤਾ ਗਿਆ ਤੁਸੀਂ ਆਪਣੇ ਆਪ ਨੂੰ ਉਹੀ ਮੰਨ ਕੇ ਚੱਲਣਾ। ਤੁਸੀਂ ਫਿਰ ਉਹੀ ਹੈਗੇ ਹੋ ਜੋ ਤੁਹਾਨੂੰ ਕਿਹਾ ਗਿਆ। ਤਾਂ ਇਹ ਹੈ ਫਾਰਮਲ ਲੈਟਰ ਦਾ ਟ੍ਰਿਕ ਦੱਸੀ ਸੀ ਤਾਂ ਜੋ ਕਿ ਸਾਨੂੰ ਕੋਈ ਵੀ ਚੀਜ਼ ਮਿਸ ਨਾ ਹੋਵੇ। 21 2 for ਐਡਰੈਸ, 1 for date, ਮੌਪਸ ਮੇਨ ਪਰਸਨ, ਆਫਿਸ, ਪਲੇਸ, ਸਬਜੈਕਟ। ਉਸ ਤੋਂ ਬਾਅਦ ਸੈਲੂਟੇਸ਼ਨ, ਫਿਰ ਬਾਡੀ, ਫਿਰ ਥੈਂਕਿੰਗ ਯੂ ਤੇ ਐਂਡ ਦੇ ਵਿੱਚ ਵਾਈ ਸਕੁਏਅਰ ਤੋਂ ਮੇਰਾ ਭਾਵ ਹੈ 2 ਵਾਈਜ਼, yours faithfully and your name। ਤਾਂ ਜੇਕਰ ਤੁਸੀਂ ਇਸ ਟ੍ਰਿਕ ਨੂੰ, ਇਸ ਤਰੀਕੇ ਨੂੰ ਯਾਦ ਰੱਖੋਗੇ ਤਾਂ ਕਿਸੇ ਵੀ ਤਰ੍ਹਾਂ ਦਾ ਲੈਟਰ ਆ ਜਾਵੇ ਲਿਖਣ ਦੇ ਲਈ ਤੁਸੀਂ ਬੜੇ ਆਰਾਮ ਨਾਲ ਲਿਖ ਸਕਦੇ ਹੋ, ਕੋਈ ਮੁਸ਼ਕਿਲ ਨਹੀਂ ਆਏਗੀ। ਹੁਣ 2-3 ਐਗਜ਼ਾਮਪਲਸ ਨੇ ਅਲੱਗ-ਅਲੱਗ ਐਡਰੈਸਿਸ ਨੂੰ ਲੈ ਕੇ, ਤਾਂ ਜੋ ਕਿ ਇੱਕ ਵਾਰ ਰਿਵੀਜ਼ਨ ਹੋ ਜਾਵੇ। ਇੱਕ ਵਾਰ ਜੇ ਰਿਵੀਜ਼ਨ ਹੋ ਗਈ, ਮੁੜ ਕੇ ਫਿਰ ਤੁਹਾਨੂੰ ਘੱਟੋ ਘੱਟ ਲੈਟਰ ਦੇ ਫਾਰਮੈਟ ਨੂੰ ਲੈ ਕੇ, ਲਿਖਣ ਨੂੰ ਲੈ ਕੇ ਕੋਈ ਕਨਫਿਊਜ਼ਨ ਨਹੀਂ ਰਹੂ। ਤਾਂ ਹੁਣ ਸਾਡੇ ਕੋਲ ਅਗਲੀ ਐਗਜ਼ਾਮਪਲ, ਸਪੋਜ਼ ਯੂ ਆਰ ਹਰਜੋਤ, ਯੂ ਲਿਵ ਐਟ 110 ਸੈਕਟਰ 72 ਮੋਹਾਲੀ, ਰਾਈਟ ਅ ਲੈਟਰ ਟੂ ਦਾ ਐਡੀਟਰ ਆਫ ਅ ਨਿਊਜ਼ਪੇਪਰ expressing your views on the evils of feedback। yes 21 ਤੋਂ ਸਟਾਰਟ ਕਰਾਂਗੇ। ਜਦੋਂ ਤੁਹਾਨੂੰ ਦਿੱਤਾ ਹੋਇਆ you live at, ਤਾਂ ਮੂਰੇ live at ਨਹੀਂ ਲਿਖਣਾ, ਸਿੱਧਾ ਸਟਾਰਟ ਕਰਨਾ 110 ਸੈਕਟਰ 72। ਫਿਰ ਉਸ ਤੋਂ ਬਾਅਦ ਡੇਟ ਜਿਵੇਂ ਦੱਸੀ ਗਈ ਹੈ। ਫਿਰ ਅਗਲੀ ਕਿਆ ਚੀਜ਼ ਸੀ? ਮੌਪਸ ਮੇਨ ਪਰਸਨ, ਆਫਿਸ, ਪਲੇਸ, MOPS, as for subject। ਜਦੋਂ ਇੱਥੇ ਤੱਕ ਲਿਖ ਲਿਆ, ਫਿਰ ਉਸ ਤੋਂ ਅੱਗੇ ਅਸੀਂ ਕੀ ਕਰਨਾ? yes respected sir, ਫਿਰ ਲੈਟਰ ਦੀ ਬਾਡੀ, ਉਸ ਤੋਂ ਬਾਅਦ thanking you, yours faithfully, your name, y square end ਦੇ ਵਿੱਚ। ਸੋ ਇਹ ਸੀਗੀ ਅਗਲੀ ਐਗਜ਼ਾਮਪਲ। ਤੇ ਮੰਨ ਲਓ ਹੁਣ ਐਡੀਟਰ ਨੂੰ ਨਾ ਲਿਖ ਕੇ ਕਿਸੇ ਹੋਰ ਅਧਿਕਾਰੀ, ਕਿਸੇ ਹੋਰ ਆਫਿਸ ਨੂੰ ਲਿਖਣਾ ਹੋਵੇ,
ਫਿਰ ਅਸੀਂ ਕਿੱਦਾਂ ਲਿਖਾਂਗੇ। ਚਲੋ ਆਓ ਇੱਦਾਂ ਦੀ ਇੱਕ ਐਗਜ਼ਾਮਪਲ ਦੀ ਵੀ ਗੱਲ ਕਰ ਲੈਂਦੇ ਹਾਂ। Suppose you are Rajkumar, you live at house number 103/1 Gurdial Nagar, Turi. Write a letter to SHO of your town reporting the loss of your bicycle. ਤੁਹਾਡਾ ਨਾਮ ਦਿੱਤਾ ਹੋਇਆ ਹੈ, ਐਡਰੈਸ ਦਿੱਤਾ ਹੋਇਆ ਹੈ, ਤੇ ਹੁਣ ਲੈਟਰ ਕਿਹਨੂੰ ਲਿਖਣੀ ਹੈ? SHO ਨੂੰ। SHO ਸਾਰੇ ਬੱਚਿਆਂ ਨੇ ਸੁਣਿਆ ਹੋਇਆ, ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਉੱਥੇ ਦਾ ਹੈੱਡ ਹੁੰਦਾ ਉਸ ਨੂੰ ਕਹਿੰਦੇ ਆ। ਤੇ ਅੱਗੇ ਕਿਸ ਵਿਸ਼ੇ ਦੇ ਵਿੱਚ ਹੈ? ਤੁਹਾਡੀ ਸਾਈਕਲ ਗਵਾਚ ਗਈ ਹੈ, ਉਸ ਦੀ ਤੁਸੀਂ ਰਿਪੋਰਟ ਕਰ। ਸੋ ਅਸੀਂ ਸਟਾਰਟ ਕਰਾਂਗੇ 21 ਯੈਸ ਸਲੈਸ਼ ਪਾ ਕੇ 103/1 ਗੁਰਦਿਆਲ ਨਗਰ ਫਸਟ ਲਾਈਨ ਦੇ ਵਿੱਚ, ਦੂਸਰੀ ਲਾਈਨ 'ਚ ਧੂਰੀ, ਤੇ ਇੱਕ ਲਾਈਨ ਛੱਡ ਕੇ ਇੱਕ ਲਾਈਨ ਡੇਟ ਦੇ ਲਈ। ਡੇਟ ਦਾ ਫਾਰਮੈਟ ਉਹੀ ਰਹੇਗਾ। ਮੰਨ ਲਓ 26 ਫੈਬਰਵਰੀ ਹੈ ਤਾਂ ਕੀ ਲਿਖਾਂਗੇ? 26 ਫੈਬਰਵਰੀ 2000 ਜਿੰਨਾ ਵੀ ਸਾਲ ਹੈ। ਫਿਰ ਇੱਕ ਲਾਈਨ ਛੱਡ ਕੇ ਮੇਨ ਪਰਸਨ ਕੌਣ ਹੈ? ਯੈਸ SHO। ਆਫਿਸ, ਉਸਦੇ ਆਫਿਸ ਦਾ ਕੀ ਨਾਮ ਹੈ? ਪੁਲਿਸ ਸਟੇਸ਼ਨ। ਯੈਸ। ਤੇ ਹੁਣ ਪਲੇਸ ਯੋਰ ਟਾਊਨ, ਮਤਲਬ ਤੁਹਾਡਾ ਸ਼ਹਿਰ ਧੂਰੀ। ਅੱਗੇ ਸਬਜੈਕਟ ਆ ਗਿਆ। ਸਬਜੈਕਟ ਵਿੱਚ ਮੈਂ ਕਿਹਾ ਸੀ ਵਿੱਚੋਂ ਹੀ ਸਬਜੈਕਟ ਮਿਲੇਗਾ। ਰਿਪੋਰਟਿੰਗ ਦ ਲਾਸ ਆਫ ਯੋਰ ਬਾਈਸਾਈਕਲ ਵਾਲਾ ਹੈ, ਇਸ ਦੇ ਵਿੱਚੋਂ ਰਿਪੋਰਟਿੰਗ ਦ ਲਾਸ ਆਫ ਬਾਈਸਾਈਕਲ ਯੋਰ ਚੱਕ ਦੇਣਾ, ਕਿਉਂਕਿ ਤੁਹਾਡੀ ਸਾਈਕਲ ਬਾਰੇ ਕਿਹਾ ਗਿਆ। ਹੁਣ ਅਸੀਂ ਸਬਜੈਕਟ ਦੇ ਵਿੱਚੋਂ ਇਹ ਉਡਾ ਦੇਣਾ। ਨੈਕਸਟ ਰਿਸਪੈਕਟਡ ਸਰ। ਉਸ ਤੋਂ ਬਾਅਦ ਲੈਟਰ ਦੀ ਬਾਡੀ ਹੈ, ਉਸ ਦੀਆਂ ਕੁਝ ਲਾਈਨਸ ਨੇ ਉਹ ਲਿਖਣੀਆਂ ਨੇ। ਤੁਹਾਨੂੰ ਮੈਂ ਕਿਹਾ ਸੀ 3 ਪੈਰੇ ਘੱਟੋ ਘੱਟ ਜ਼ਰੂਰ ਬਣਾਉਣੇ ਆ। ਫਿਰ ਧੰਨਵਾਦ, ਥੈਂਕਿੰਗ ਯੂ, yours faithfully, and then your name। ਸੋ ਫਾਰਮੈਟ ਮੈਨੂੰ ਲੱਗਦਾ ਹੁਣ ਤੁਹਾਨੂੰ ਸਾਰਿਆਂ ਨੂੰ ਸਮਝ ਆ ਚੁੱਕਿਆ ਹੋਏਗਾ ਕਿ ਫਾਰਮੈਟ ਲਿਖਣਾ ਕਿੰਨਾ ਆਸਾਨ ਹੈ। ਹੁਣ ਜਿਵੇਂ ਕਿ ਮੈਂ ਪਹਿਲਾਂ ਸਟਾਰਟਿੰਗ ਵਿੱਚ ਕਿਹਾ ਸੀ, ਲੈਟਰ ਟੂ ਐਡੀਟਰ ਆਫ ਏ ਨਿਊਜ਼ਪੇਪਰ, ਚਾਹੇ ਕੋਈ ਵੀ ਆ ਜਾਵੇ, ਉਸ ਦੀ ਜਿਹੜੀ ਬਾਡੀ ਹੈ, ਲੈਟਰ ਦੀ ਬਾਡੀ, ਉਸ ਦੇ ਵਿੱਚ ਉਸ ਦੀਆਂ ਸਟਾਰਟਿੰਗ ਲਾਈਨਸ ਤੇ ਉਸ ਦੀਆਂ ਕਲੋਜ਼ਿੰਗ ਲਾਈਨਸ ਤੁਹਾਨੂੰ ਮੈਂ ਦੱਸਣੀਆਂ ਚਾਹੁੰਦਾ। ਇਹ ਲਾਈਨਸ ਤੁਸੀਂ ਕਿਸੇ ਵੀ ਸਬਜੈਕਟ ਦੇ ਉੱਤੇ ਨਿਊਜ਼ਪੇਪਰ ਦੇ ਐਡੀਟਰ ਨੂੰ ਲਿਖਣ ਲਈ ਲੈਟਰ ਆ ਜਾਵੇ ਤਾਂ ਯੂਜ਼ ਕਰ ਸਕਦੇ ਹੋ। ਰਿਸਪੈਕਟਡ ਸਰ ਲਿਖਣ ਤੋਂ ਬਾਅਦ ਜਦੋਂ ਲੈਟਰ ਦੀ ਬਾਡੀ ਸਟਾਰਟ ਕਰੋਗੇ ਤਾਂ ਸਭ ਤੋਂ ਪਹਿਲਾਂ ਇਹ ਕੁਝ ਲਾਈਨਾਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ, ਬਾਰ-ਬਾਰ ਲਿਖ ਕੇ ਦੇਖ ਲਿਓ, ਤਾਂ ਜੋ ਕਿ ਜਦੋਂ ਵੀ ਇਦਾਂ ਦੀ ਲੈਟਰ ਕੋਈ ਆਵੇ ਤੁਸੀਂ ਉਸ ਨੂੰ ਅਟੈਂਪਟ ਕਰ ਦੋ, ਜ਼ਿਆਦਾ ਕੁਝ ਸੋਚੇ ਵੀ ਨਹੀਂ। ਆਈ ਸ਼ੈਲ ਬੀ ਥੈਂਕਫੁਲ ਟੂ ਯੂ if you permit me the use of columns of your esteemed newspaper। ਇਹ ਹੈ ਸਭ ਤੋਂ ਪਹਿਲੀ ਲਾਈਨ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ। ਆਪਣੇ ਸ਼ਾਨਦਾਰ ਨਿਊਜ਼ਪੇਪਰ ਦੇ ਕਾਲਮ ਵਿੱਚ ਮੈਨੂੰ ਜਗ੍ਹਾ ਦਿਓਗੇ। A large number of socially conscious people read your newspaper। ਸਮਾਜਿਕ ਤੌਰ ਤੇ ਚੇਤਨ ਲੋਕ ਬਹੁਤ ਵੱਡੀ ਗਿਣਤੀ ਵਿੱਚ ਤੁਹਾਡੇ ਅਖਬਾਰ ਨੂੰ ਪੜ੍ਹਦੇ ਨੇ। Through your press I want to draw the kind attention of the public and the higher authorities to look in the matter that I want to discuss। ਤੁਹਾਡੀ ਪ੍ਰੈਸ ਦੇ ਰਾਹੀਂ ਮੈਂ ਆਮ ਲੋਕਾਂ ਤੇ ਉੱਚ ਅਧਿਕਾਰੀਆਂ ਦਾ ਧਿਆਨ ਇਸ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਜਿਸ ਦੇ ਬਾਰੇ ਮੈਂ ਚਰਚਾ ਕਰਨਾ ਚਾਹੁੰਦਾ। ਇਹ ਲਾਈਨਸ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ, ਕੋਈ ਵੀ ਟੌਪਿਕ ਹੋਵੇ, ਕੋਈ ਵੀ ਸਬਜੈਕਟ ਹੋਵੇ, ਬਟ ਉਹ ਲੈਟਰ ਟੂ ਦਾ ਐਡੀਟਰ ਹੋ। ਫਿਰ ਉਸ ਤੋਂ ਅੱਗੇ ਤੁਸੀਂ ਪ੍ਰੋਬਲਮ ਦੇ ਨਾਲ ਰਿਲੇਟਡ ਲਾਈਨਸ ਲਿਖਣੀਆਂ ਨੇ, ਜਿੱਦਾਂ ਦੀ ਵੀ ਪ੍ਰੋਬਲਮ ਹੈ ਉਸ ਦੇ ਨਾਲ ਰਿਲੇਟਡ। ਜਿਵੇਂ ਹੁਣ ਇਹ ਬੈਡ ਕੰਡੀਸ਼ਨ ਆਫ ਬੱਸਿਸ ਇਨ ਪੰਜਾਬ ਦੀ ਗੱਲ ਸੀ, ਉਸ ਦੇ ਉੱਤੇ ਲਾਈਨਸ ਲਿਖਣੀਆਂ ਨੇ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਲੈਟਰ ਕੰਸਰਨਡ ਲਿਖ ਲਿਆ, ਫਿਰ ਐਂਡ ਦੇ ਵਿੱਚ ਇੱਕ ਲਾਈਨ ਲਿਖੋਗੇ, ਆਈ ਐਮ ਰੀਜ਼ਨੇਬਲੀ ਕਨਵਿੰਸਡ ਦੈਟ ਯੂ ਵਿਲ ਲਾਈਕ ਮਾਈ ਵਿਊਜ਼ ਐਂਡ ਗਿਵ them a place in your newspaper। ਮੈਂ ਤੱਥਾਂ ਦੇ ਆਧਾਰ ਤੇ ਆਸ਼ਵਸਤ ਹਾਂ ਕਿ ਤੁਹਾਨੂੰ ਮੇਰੇ ਵਿਚਾਰ ਪਸੰਦ ਆਉਣਗੇ ਤੇ ਤੁਸੀਂ ਇਹਨਾਂ ਨੂੰ ਆਪਣੇ ਅਖਬਾਰ ਵਿੱਚ ਸਥਾਨ ਦਿਓਗੇ। ਸੋ ਇਹ ਐਂਡ ਕਰਨ ਤੋਂ ਬਾਅਦ ਫਿਰ ਉਵੇਂ ਥੈਂਕਿੰਗ ਯੂ, yours faithfully and your name। ਤੇ ਜੇਕਰ ਤੁਸੀਂ ਇਹ ਲਾਈਨਾਂ ਯਾਦ ਕਰ ਲਈਆਂ ਤਾਂ 100% ਤੁਸੀਂ ਲੈਟਰ ਅਟੈਂਪਟ ਕਰ ਪਾਓਗੇ। ਸੋ ਇਹ ਹੈ ਸੀ ਫਾਰਮਲ ਲੈਟਰ ਜਾਂ ਕਹਿ ਲਓ ਆਫੀਸ਼ੀਅਲ ਲੈਟਰ। ਸੋ ਜਿਵੇਂ ਐਂਡ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ, ਇੱਥੇ ਫਾਰਮਲ ਲੈਟਰ ਦੇ ਵਿੱਚ ਮੈਂ ਵੀ ਪੂਰੇ ਤੁਹਾਡਾ ਧੰਨਵਾਦ ਕਰਦਾ। ਥੈਂਕ ਯੂ ਆਲ ਫॉर ਵਾਚਿੰਗ। ਸੋ ਫਿਲਹਾਲ ਹੁਣ ਦੇ ਲਈ ਇਜਾਜ਼ਤ ਦਿਓ। ਟੇਕ ਕੇਅਰ, ਬਾਏ, ਵਿਲ ਮੀਟ ਯੂ ਸੂਨ ਇਨ ਦ ਨੈਕਸਟ ਲੈਕਚਰ।